सतनाम श्री वाहिगुरु जी। पहला मरण कबूल कर, जीवन की छठ आस, हो सवना की रेणुका, हो सवना की रेणुका, तो आओ हमारे पास। जाओ तो प्रेम खेलन का जाओ, सिर तल करी गली मोड़ी आओ। एक मार तरी जय, सिर दी जय, कान न की जय। एक मार तरी जय, सारी संगत को सतनाम श्री गज के। सारी संगत को सतनाम श्री। एक मार्ग पैर तरी जय, सिर दी जय, कान की जय। गल्ला नाल नी पहुंचया जाना, गल्ला नाल नी पहुंचया जाना। देश गया गल्ला नाल नी पहुंचया जाना। देश गया
प्रीतम के देश कैसे बात की जाई, प्रीतम के देश कैसे बात की जाई है। सत्कारयोग सतगुਰਾਂ ਦੀ ਸਾਜੀ ਤੇ ਨਵਾਜੀ ਸਤਿਗੁਰੂ ਜੀ ਦੇ ਮਹਾਨ ਪਵਿੱਤਰ ਚਰਨਾਂ ਵਿੱਚ ਹਾਜ਼ਰੀ ਭਰਨ ਵਾਸਤੇ 10ਵੇਂ ਦੇ ਪਾਵਨ ਪਵਿੱਤਰ ਦਿਹਾੜਿਆਂ ਨੂੰ ਮੁੱਖ ਰੱਖਦੇ ਹਾਂ। ਮਹਾਰਾਜ ਨੇ ਬੜੀ ਵੱਡੀ ਕਿਰਪਾ ਕੀਤੀ ਵੀ ਕਲਯੁਗ ਦੀਆਂ ਘੜੀਆਂ ਜਿਹੜੀਆਂ ਕੋਈ ਪੀਜੀਆਈ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ, ਕੋਈ ਮੌਤ ਉਡੀਕਦਾ ਹੈ, ਕਿਸੇ ਨੂੰ ਜ਼ਿੰਦਗੀ ਬਖਸ਼ ਨਹੀਂ ਰਹੇ ਮਹਾਰਾਜ ਸੱਚੇ ਪਾਤਸ਼ਾਹ। ਪਰ ਅਸੀਂ ਭਾਗਾਂ ਵਾਲੇ ਹਾਂ ਗੁਰਮੁਖੋ ਜਿਹੜੇ ਇੱਥੇ ਘੋਰ ਕਲਯੁਗ ਦੇ ਸਮੇਂ ਵਿੱਚ ਘੋਰ ਕਲਯੁਗ ਦੀਆਂ ਘੜੀਆਂ ਵਿੱਚ ਜਿਹੜੇ ਅਸੀਂ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਅੱਜ ਜਿੱਥੇ 10ਵੀਂ ਦਾ ਪਵਿੱਤਰ ਦਿਹਾੜਾ ਨਾ ਗੁਰਮੁਖੋ, ਉੱਥੇ ਸਾਡੀ ਕੌਮ ਦੇ ਸ਼੍ਰੋਮਣੀ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ, ਉਹਨਾਂ ਦਾ ਸ਼ਹੀਦੀ ਦਿਹਾੜਾ ਆਖੋ ਸਾਹਿਬ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ 90 ਸਾਲ ਦੀ ਉਮਰ ਵਿੱਚ ਸ਼ਹੀਦੀ ਪਾ ਗਏ। 90 ਸਾਲ ਸੁਣੋ, ਅੱਧੀ ਸਦੀ ਨਾਲ 50 ਸਾਲ ਦਾ ਸਮਾਂ ਭਾਈ ਮਨੀ ਸਿੰਘ ਸਾਹਿਬ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਸੇਵਾ ਕੀਤੀ। ਚਰਨਾਂ ਵਿੱਚ 1644 ਵਿੱਚ ਭਾਈ ਮਨੀ ਸਿੰਘ ਸਾਹਿਬ ਜੀ ਦਾ ਜਨਮ ਹੁੰਦਾ ਹੈ। 1675 ਵਿੱਚ ਅਨੰਦਪੁਰ ਸਾਹਿਬ ਆ ਜਾਂਦੇ ਨੇ, 25 ਸਾਲ ਦਾ ਤੇ ਗੁਰਮੁਖੋ 1734 90 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੁੱਛਣਾ, ਸੁਣਿਓ ਪਿਆਰ ਨਾਲ, ਸਮਾਂ ਥੋੜਾ ਹੈ। ਮਹਾਰਾਜ ਨੇ ਪੁੱਛਣਾ, ਕਹਿੰਦੇ ਮਨੀਆ ਨਾਂ ਸੀ ਮਨੀਆ, ਮਨੀ ਸਿੰਘ ਦਾ ਬਾਅਦ ਪਿਆ। ਕਹਿੰਦੇ ਤੂੰ ਅਨੰਦਪੁਰ ਸਾਹਿਬ ਰਹਿਣਾ ਹੈ, ਸਾਡੀ ਇੰਨੀ ਸੇਵਾ ਕਰਦਾ ਹੈ, ਮੰਗ ਕੀ ਮੰਗਦਾ? ਮੰਗ ਲੈ। ਸੱਚੇ ਪਾਤਸ਼ਾਹ ਮੰਗਣਾ ਕੀ ਹੈ? ਸਿੱਖ ਦੀ ਗੁਰੂ ਤੱਕ ਮੰਗ ਕੀ ਹੈ? ਸੁਣੋ, ਮੰਗਦੇ ਤੇ ਅਸੀਂ ਵੀ ਆ ਨਾ ਸਵੇਰ ਤੋਂ, ਮੰਗਣੇ ਤੇ ਅਸੀਂ ਬਹੁਤ ਕੁਝ ਆ, ਪਰ ਭਾਈ ਮਨੀ ਸਿੰਘ ਸਾਹਿਬ ਨੇ ਮੰਗਿਆ ਕੀ? ਸੁਣ ਲਿਓ, ਗੱਜ ਕੇ ਬੋਲਿਓ। ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੇ ਆਪਣੇ ਮੁਖ ਤੋਂ ਮੌਤ ਮੰਗੀ। ਆਖੋ ਸਤਿਨਾਮ। ਅੱਜ ਉਹਨਾਂ ਦੀ ਸ਼ਹੀਦੀ ਹੈ। ਭਾਈ ਮਨੀ ਸਿੰਘ ਸਾਹਿਬ ਮੰਗਦੇ ਕੀ ਨੇ? ਸੱਚੇ ਪਾਤਸ਼ਾਹ ਸਾਡੀ ਤੋੜ ਵਾਲਿਓ ਪਰਵਾਰ, ਕਿਰਪਾ ਕਰਿਓ ਸੱਚੇ ਪਾਤਸ਼ਾਹ, ਸਾਡੀ ਤੋੜ ਨਵਾ
ਨਿਵਾਦੀ ਬਾਜਾਂ ਵਾਲਿਆ। ਸੱਚੇ ਪਾਤਸ਼ਾਹ ਬਸ ਕਿਰਪਾ ਕਰਿਓ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਮੰਗਿਆ ਕੀ ਕਿਤੇ ਸਾਡੀ ਵੀ ਨਿਵਾਦੀ ਬਾਜਾਂ ਵਾਲਿਆ। ਜਿਨ੍ਹਾਂ ਨੇ ਲਾਈ ਉਹਨਾਂ ਦੀ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਬੋਲਦੇ ਨੇ ਸੱਚੇ ਪਾਤਸ਼ਾਹ ਮੰਗਤੇ ਲਿਆ ਨਾ ਸਾਡੇ ਨਾਲ ਮੇਰੇ ਨਾਲ ਮਿਲ ਜਾਣ ਮੇਰੇ ਨਾਲ ਨਿਭਾਉਣੀ ਔਖੀ ਹੈ ਮਹਾਰਾਜ ਕਹਿੰਦੇ ਮੰਗਿਆ ਜੋ ਹੈ ਉਹਦਾ ਜਵਾਬ ਸੁਣ ਲੈ ਫਿਰ ਦੀਆ ਭਾਈ ਜਨਰੇਟਰ ਚੱਲਦਾ ਰਹਿਣ ਦਿਓ ਲਾਈਟ ਦੀ ਕੋਈ ਗੱਲ ਨਹੀਂ ਥੋੜੇ ਜਿਹਾ ਚਿਰ ਖਿਆਲ ਕਰੋ ਮਾੜਾ ਜਿਹਾ ਮੇਰੇ ਨਾਲ ਨਿਭਾਉਣੀ ਔਖੀ ਹੈ ਮੇਰੇ ਨਾਲ ਨਿਭਾਉਣੀ
ਕਹਿੰਦੇ ਭਾਈ ਮਨੀ ਸਿੰਘ ਜੀ, ਤੁਸੀਂ ਸਾਡੇ ਤੋਂ ਮੰਗ ਸਭ ਕੁਝ ਲਿਆ, ਵੀ ਸੱਚੇ ਪਾਤਸ਼ਾਹ ਤੇਰੇ ਚਰਨਾਂ ਨਾਲ ਲਿਵ ਜਾਏ। ਫਿਰ ਮਹਾਰਾਜ ਕਹਿੰਦੇ ਮਨੀ ਸਿੰਘ ਜੀ, ਇੱਕ ਗੱਲ ਦਾ ਖਿਆਲ ਰੱਖਿਓ, ਤੁਸੀਂ ਮੰਗਿਆ ਇਹ ਹੈ, ਮੇਰੇ ਨਾਲ ਨਿਭਾਉਣੀ ਬੜੀ ਔਖੀ ਹੈ। ਜਿਹੜੇ ਮੇਰੇ ਨਾਲ ਨਿਭਾਉਂਦੇ ਆਏ ਨੇ ਨਾ, ਉਹਨਾਂ ਨੂੰ ਪੁੱਛ ਕੇ ਵੇਖਿਓ, ਜਿਉਂਦੇ ਜੀ ਮਰਨਾ ਪੈਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵਚਨ ਕਮਾਉਣੇ ਕਿਹੜਾ ਸੌਖੇ ਨੇ, ਮਹਾਪੁਰਖਾਂ ਦੇ, ਸਾਧੂਆਂ ਦੇ, ਰੱਬ ਦੇ ਪਿਆਰਿਆਂ ਦੇ ਵਚਨਾਂ ਦੀ ਕਮਾਈ ਕਰਨੀ ਬਹੁਤ ਔਖੀ ਹੈ। ਆ ਲਾਈਟਾਂ ਬੰਦ ਕਰ ਦਿਓ, ਲਾਈਟਾਂ ਦਾ ਲੋੜ ਪੈਂਦਾ ਜੀ ਇੱਥੋਂ। ਗੁਰਮੁਖੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਭਾਈ ਮਨੀ ਸਿੰਘ ਸਾਹਿਬ ਦੇ ਸਿਰ ਤੇ ਹੱਥ ਰੱਖਿਆ, ਤੇ ਜਦੋਂ ਆ ਜਿਹੜਾ ਅੱਜ ਦਾ ਦਿਨ ਹੈ ਨਾ, ਸ਼ਹੀਦੀ ਭਾਈ ਮਨੀ ਸਿੰਘ ਸਾਹਿਬ ਦੀ ਆਪਾਂ ਸਰਵਣ ਕਰ ਰਹੇ ਹਾਂ। ਸੁਣੋ ਪਿਆਰ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਰਪਾ ਕੀਤੀ, ਭਾਈ ਮਨੀ ਸਿੰਘ ਸਾਹਿਬ ਨੂੰ ਵਰ ਦਿੱਤਾ, ਅੰਮ੍ਰਿਤ ਛਕਾ ਕੇ ਮਨੀਏ ਤੋਂ ਮਨੀ ਸਿੰਘ ਬਣਾਇਆ। ਅੰਮ੍ਰਿਤ ਛਕਾ ਕੇ ਵਰ ਕੀ ਦਿੱਤਾ, ਕਹਿੰਦੇ ਚੰਗਾ ਫਿਰ ਮਨੀ ਸਿੰਘ ਜੀ, ਇੱਕ ਗੱਲ ਚੇਤੇ ਰੱਖਿਓ, ਤੁਸੀਂ ਅੱਜ ਮੰਗਿਆ, ਜਦੋਂ ਤੁਹਾਡਾ ਆਖਰੀ ਸਮਾਂ ਆਏਗਾ, ਮੈਂ ਤੇਰੀਆਂ ਅੱਖਾਂ ਦੇ ਸਾਹਮਣੇ ਖੜਾਂਗਾ। ਆਖੋ ਸਤਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਮਨੀ ਸਿਆ, ਜਦੋਂ ਤੇਰੀਆਂ ਆਖਰੀ ਘੜੀਆਂ ਆਉਣੀਆਂ ਨੇ, ਮੈਂ ਤੇਰੀਆਂ ਅੱਖਾਂ ਦੇ ਸਾਹਮਣੇ ਖੜਨਾ। ਗੁਰਮੁਖੋ, ਸ਼ਹੀਦੀ ਦਾ ਦਿਨ ਆਇਆ, ਭਾਈ ਮਨੀ ਸਿੰਘ ਸਾਹਿਬ ਜ਼ਕਰੀਆ ਖਾਨ ਦਾ ਰਾਜਾ, ਇੰਨੀ ਕਮਾਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨਾਂ ਦੀ ਕੀਤੀ ਨਾ, ਬਚਨ ਕਮਾਉਣੇ ਕਿਹੜਾ ਸੌਖੇ ਨੇ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਸਸਕਰ ਨਹੀਂ ਡੂਬੈ, ਭਾਰੇ ਨਾ ਸਾਗੈ ਜਲੇ। ਜਿਉਂਦੇ ਮਰ ਜਾਈਦਾ, ਬੜਿਓ ਪਿਆਰ ਨਾਲ, ਜਿਉਂਦੇ ਮਰ ਜਾਈਦਾ, ਬਚਨ ਕਮਾਉਣੇ
सिख होए जिन्हां ने सिखी कमाई, विरले सिख होए जिन्हां दा नाम इतिहास दे सुनहरी पन्नियां ते लिखिया गया। आखो सच। एकाग्रता बनाओ, चुप दा दान बख्शो, बोलियो ना कोई। सुनो प्यार, भाई मनी सिंह साहब सिखा दई दिवाली का प्रबंध किया सी ना। इतिहास में झात मार जावा, शहीदी होई क्यों? जकरिया खान ने काजी भेजा, वो वेले सिखा को कोई भी प्रोग्राम समागम करने लिए सरकार की आग्ञा लैनी पैंदी। कोई भी जे प्रोग्राम कर 2000 रुपया काजी कहना मैं लेना, 5000 कहना जकरिया असीं लवांगे। तां अमृतसर की धरती ते दिवाली मनाउणी है। 7000 रुपया इतिहास कर गवाह कहते जी 7000 रुपया टैक्स लवांगे, दिवाली मनावांगे। जकरिए ने कन धरते किसी ने, वो कहते तू 5-7 की गल विच ना पै। दिवाली वाले दिन सारी कौम इकट्ठी होनी है, इकट्ठे करके सारी गड्डी चाड़ दे, तोबा बन ले, जिन्ने आउणगे ना सारियां नूं ही मार देंगे। तेरी वाह 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 होएगी। 5-7 की किहड़ी गल है? जकरिया कहंदा भी गल ठीक है, सिख कौम खत्म हो जाएगी। सारियां ने इकट्ठे होना दिवाली। भाई मनी सिंह साहब ने घर घर सुनेहा ला दिता सी भी इकट्ठे होना है। पर महाराज की कृपा सी इस सिंह से इन्ना क जप तप सी, पता लग गया भी जकरिए की नींद बिगड़ गई। आखो सच, गज के आखो सच। भी सिख कौम के नाम से जे मेरे मत्थे ते कोई कलंक लग गया ना, जे मैनू कोई दाग लग गया, मैनू कलगीधर पातशाह ने माफ किया। घरे घरे फिर सुनेहा लाया, कहना सुनेहा वाले सुनेहा दे के घलिया भी दिवाली वाले दिन कोई ना आवे। जकरिए की रूह बिगड़ गई, जकरिए की नींद बिगड़ गई। आयो ना कोई आयो ना। एक रुको दिवाली आ गई, कोई आया ही ना, सुनेहा लग गया। जकरिया कहना छिड़ गया भी संगत इकट्ठी नहीं हुई। कहना लियाओ जी 7000 रुपया काजी गया। कहते जी ना, संगत की माया सी क्यों दईए? भाई मनी सिंह साहब कहते गल्लां दो ने, गल्लां ही दो ने। जा 7000 रुपया दो, जा इस्लाम कबूल कर दो। भाई मनी सिंह साहब कहते मैनू दोहे मंजूर नहीं, मैं सिख कौम नाल गद्दारी नहीं कर सकता। आखो सच। देखो फतवा लग्या, फतवा कहते ये 90 साल के भाई मनी सिंह का बंद बंद कट दो, बंद बंद टुकड़ा टुकड़ा कर दो। भाई मनी सिंह साहब इधर सामने बह के कला तेड़ कशहरा है, चिट्टा दाढ़ा है, शरीर पर कायम है। बंदगी वालियां दे शरीर बरकरार होते हैं, उन्हां दे अंदर पावर, उन्हां अंदर बंदगी की शक्ति, गुरु नानक साहब की बाणी की इन्नी शक्ति होती है। बाणी विच इन्नी ताकत है। गुरु महापुरुष संत बाबा ईश्वर सिंह राणा साहब वाले ना, राणा साहब वाले जथे विच जिन्ने सिंह महापुरुषां नाल रहिंदे सी, 2 वजे उठा के चौंकड़ा लवा दिया करो। आखो सच। ते जे किसी ने 2 मिनट भी लेट हो जाना ना, 2 बजे तो 2 मिनट भी लेट, संत बाबा ईश्वर सिंह की झाकणी इदां दी हुंदी सी, बंदे की जान कढ दिंदी। एडा तेज तप सी महापुरुषां दा। वो कहंदे हुंदे सन, कहते 25 जपजी साहब पढ़ो रोज, 25 जपजी साहब ध्यान ला के। ये ब्रह्म की बाणी है। ते जिदण तू सिंघा 25 जपजी साहब पढ़न लग पिया, तेरे मुख चों जो बोलेगा
ਫਤਿਹ ਹੀ ਫਤਿਹ ਹੈ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਮਹਾਂਪੁਰਖਾਂ ਦੇ ਬਚਨ ਭਾਈ ਮਨੀ ਸਿੰਘ ਸਾਹਿਬ ਇੰਨੀ ਬੰਦਗੀ ਕੀਤੀ, ਐਡਾ ਸਿਮਰਨ ਜ਼ਾਲਮ ਦੇ ਸਾਹਮਣੇ ਬਹਿ ਗਏ। ਨਵੇਕਲੇ ਸਿੰਘ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਿੱਖੀ ਕਮਾਈ, ਜਲਾਦ ਨੂੰ ਨਾ ਤਰਸ ਆ ਗਿਆ ਵੀ ਬਜ਼ੁਰਗ ਹੈ, ਇਹ ਤਾਂ ਬੰਦ ਕੱਟਣ ਦਾ ਹੁਕਮ ਹੈ, ਬੁੱਢਾ ਸ਼ਰੀਰ ਹੈ, ਬੰਦ ਕਿਉਂ ਕੱਟਣਾ ਹੈ, ਕੁੱਟ ਤੋਂ ਸ਼ੁਰੂ ਕਰ ਦਿੰਦੇ ਆ ਲਾਉਣਾ। ਭਾਈ ਮਨੀ ਸਿੰਘ ਸਾਹਿਬ ਨੇ ਬਾਂਹ ਫੜ ਲਈ, ਕਹਿੰਦੇ ਜਲਾਦਾ, ਉਹ ਕਹਿੰਦਾ ਬਾਬਾ ਜੀ ਘਬਰਾ ਗਏ, ਅਜੇ ਤਾਂ ਮੈਂ ਸ਼ੁਰੂ ਕਰਨ ਲੱਗਿਆ। ਭਾਈ ਮਨੀ ਸਿੰਘ ਸਾਹਿਬ ਕਹਿੰਦੇ ਘਬਰਾਇਆ ਨਹੀਂ ਮੈਂ ਤੈਨੂੰ ਤੇਰਾ ਕੀਤਾ ਹੁਕਮ ਯਾਦ ਕਰਾਉਣ ਲੱਗਿਆ। ਬੰਦ ਕੁੱਟ ਤੋਂ ਨਹੀਂ, ਪੋਟੇ ਤੋਂ ਸ਼ੁਰੂ ਹੁੰਦਾ ਹੈ, ਮੇਰੇ ਨਾਲ ਲਿਹਾਜ਼ ਨਾ ਕਰੀ। ਮੇਰਾ ਬੰਦ ਕੱਟ ਦੇ। ਗੁਰੂ ਗੋਬਿੰਦ ਸਿੰਘ ਸਾਹਿਬ ਸਾਹਮਣੇ ਦੇਖ ਰਹੇ ਨੇ। ਧੰਨਵਾਦਾਂ ਵਾਲਿਆ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਾਹਮਣੇ ਖਲੋ ਕੇ ਭਾਈ ਮਨੀ ਸਿੰਘ ਸਾਹਿਬ ਦੀ ਸ਼ਹੀਦੀ ਦੇ ਵਚਨ ਕੀਤਾ ਸੀਗਾ, ਮਨੀ ਸਿਆ ਜਦੋਂ ਤੇਰੇ ਸਾਹ ਨਿਕਲਣਗੇ ਨਾ, ਅਸੀਂ ਤੇਰੀਆਂ ਅੱਖਾਂ ਦੇ ਸਾਹਮਣੇ ਖੜਾਂਗੇ। ਭਾਈ ਮਨੀ ਸਿੰਘ ਸਾਹਿਬ ਤੇ ਗੁਰਮੁਖੋ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਸਿੰਘਾ ਪਾਠ ਨਾ ਛੱਡਿਆ ਜਪਜੀ ਦਾ, ਸਿੰਘਾ ਪਾਠ ਨਾ ਛੱਡਿਆ ਜਪਜੀ ਦਾ,
ਲੱਗਣ ਦਾ ਮੇਰਾ ਬੰਦ ਕੱਟ ਇਸ ਹੱਥ ਦੇ 14 ਟੁਕੜੇ ਹੋਣਗੇ 14 ਟੁਕੜੇ ਗੁਰਮੁਖੋ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ ਭਾਈ ਮਨੀ ਸਿੰਘ ਸਾਹਿਬ ਇਤਿਹਾਸਕਾਰ ਲਿਖਦੇ ਨੇ ਕਹਿੰਦੇ ਇਤਿਹਾਸ ਵਿੱਚ 3 ਸਿੰਘ ਭਾਈ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਸੁਣਿਓ ਖੋਪੜ ਜੁਦਾ ਖੋਪੜੀ ਲਾਈ ਗਈ ਜਿੰਨਾ ਚਿਰ ਜਪਜੀ ਸਾਹਿਬ ਦੇ ਪਾਠ ਦੀ ਸਮਾਪਤੀ ਨਹੀਂ ਹੋਈ ਭਾਈ ਤਾਰੂ ਸਿੰਘ ਸਾਹਿਬ ਨੇ ਆਪਣੇ ਪ੍ਰਾਣ ਨਹੀਂ ਤਿਆਗੇ ਆਖੋ ਸਰ ਭਾਈ ਮਤੀ ਦਾ ਸਾਹਿਬ ਐਦਾਂ ਦਾ ਸ਼ਹੀਦ 10 ਮਿੰਟ ਗਰਮੀ ਚੱਲ ਲਓ ਲਾਈਟ ਆਉਣ ਵਾਲੀ ਭਾਈ ਮਤੀ ਦਾ ਸਾਹਿਬ ਐਦਾਂ ਦਾ ਸ਼ਹੀਦ ਸਾਡੀ ਕੌਮ ਦੇ ਹੋਏ ਜਿਵੇਂ ਜਿਵੇਂ ਆਰਾ ਚੀਰਦਾ ਜਾਂਦਾ ਨਾ ਉਵੇਂ ਉਵੇਂ ਜਪਜੀ ਸਾਹਿਬ ਦੀ ਆਵਾਜ਼ ਹੋਰ ਉੱਚੀ ਹੋ ਗਈ ਸਰੀਰ ਦੇ 2 ਹਿੱਸੇ ਹੋ ਗਏ ਸਰੀਰ 2 ਭਾਗ ਹੋ ਗਿਆ ਭਾਈ ਮਤੀ ਦੇ ਸਾਹ ਸਰੀਰ 2 ਹਿੱਸਿਆਂ ਵਿੱਚ ਧਰਤੀ ਤੇ ਡਿੱਗਿਆ ਲਿਖਣ ਵਾਲੇ ਨੇ ਇੱਥੇ ਤੱਕ ਲਿਖਿਆ ਕਹਿੰਦੇ ਸਰੀਰ ਦੇ 2 ਹਿੱਸਿਆਂ ਵਿੱਚੋਂ ਵੀ ਜਪਜੀ ਸਾਹਿਬ ਦੀ ਆਵਾਜ਼ ਆਈ ਬਾਣੀ ਜਿਨ੍ਹਾਂ ਦੇ ਅੰਦਰ ਘਰ ਬਣਾ ਗਈ ਨਾ ਜਿਨ੍ਹਾਂ ਦੇ ਅੰਦਰ ਮਰਨ ਤੋਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੋਦੀ ਨਸੀਬ ਹੁੰਦੀ ਹੈ ਕਲਗੀਧਰ ਪਾਤਸ਼ਾਹ ਦੀ ਗੋਦ ਨਸੀਬ ਹੁੰਦੀ ਹੈ ਗੁਰਮੁਖੋ ਆ ਜਿਹੜੀ ਧਰਤੀ ਤੇ ਆਪਾਂ ਬੈਠੇ ਹਾਂ ਨਾ ਇਹ ਸ਼ਹੀਦਾਂ ਦੀ ਧਰਤੀ ਹੈ ਸਾਹਿਬਜ਼ਾਦਿਆਂ ਦੀ ਧਰਤੀ ਹੈ ਲੰਘ ਕੇ ਜਾਂਦੇ ਹੋ ਨਾ ਧਰਤੀ ਤੋਂ ਸੰਤ ਮਹਾਰਾਜ ਬਾਬਾ ਕਰਤਾਰ ਸਿੰਘ ਜੀ ਦਾ ਬਚਨ ਹੈ ਭੈਰੋ ਮੰਜਲੇ ਵਾਲਿਆ ਕਹਿੰਦੇ ਸ਼ਹੀਦਾਂ ਦੀ ਚਮਕੌਰ ਸਾਹਿਬ ਦੀ ਧਰਤੀ ਐਡੀ ਪਵਿੱਤਰ ਹੈ ਇੱਥੋਂ ਉੱਡ ਕੇ ਜੇ ਕੋਈ ਪੰਛੀ ਵੀ ਲੰਘ ਗਿਆ ਉਹ ਵੀ ਨਰਕਾਂ ਨੂੰ ਨਹੀਂ ਜਾਏਗਾ ਆਖੋ ਸਤਿ ਗੁਰਮੁਖੋ ਜਦੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸ਼ਹੀਦ ਹੋਏ ਨਾ ਸੁਣਿਓ ਜਿਹੜਾ ਆ ਧਰਤੀ ਬਾਰੇ ਸ਼ਹੀਦਾਂ ਦੀ ਬਾਤ ਸੁਣਿਓ ਗੁਰੂ ਗੋਬਿੰਦ ਸਿੰਘ ਸਾਹਿਬ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਕਿਉਂ ਲੰਘ ਗਏ ਜਿਵੇਂ ਜਾਣਦੇ ਹੀ ਨਹੀਂ ਹੁੰਦੇ ਮਹਾਰਾਜ ਲੰਘ ਗਏ ਕੋਲੋਂ ਭਾਈ ਦਇਆ ਸਿੰਘ ਸਾਹਿਬ ਨੇ ਆਵਾਜ਼ ਮਾਰੀ ਸੱਚੇ ਪਾਤਸ਼ਾਹ ਭਾਈ ਦਇਆ ਸਿੰਘ ਸਾਹਿਬ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਤੇ ਕਿਉਂ ਲੰਘ ਗਏ ਹੋ ਜਿਵੇਂ ਸਾਹਿਬਜ਼ਾਦਿਆਂ ਨੂੰ ਜਾਣਦੇ ਨਹੀਂ ਸੁਣੋ ਧਿਆਨ ਦਿਓ ਮਹਾਰਾਜ ਕਿਰਪਾ ਕਰੋ ਜੇ ਤੁਸੀਂ ਹੁਕਮ ਕਰੋ ਨਾ ਆ ਜਿਹੜਾ ਮੇਰੇ ਲੱਕ ਨੂੰ ਕਮਰ ਕੱਸਾ ਬੰਨਿਆ ਮੈਂ ਇਹਦੇ 2 ਟੋਟਕੇ ਬਣਾ ਕੇ ਤੇਰੀਆਂ ਲਾਲਾਂ ਦੀਆਂ ਲਾਸ਼ਾਂ ਢੱਕ ਦਿਆਂ ਜੇ ਤੁਸੀਂ ਬਾਜਾਂ ਵਾਲਿਆ ਹੁਕਮ ਕਰੋ ਮੈਂ ਕਮਰ ਕੱਸੇ ਦੇ 2 ਹਿੱਸੇ ਕਰਕੇ ਤੇਰੇ ਸਾਹਿਬਜ਼ਾਦਿਆਂ ਦੇ ਮੁਖ ਢੱਕ ਦਿਆਂ ਮਹਾਰਾਜ ਕਹਿੰਦੇ ਦਇਆ ਸਿੰਘਾ ਜੇ ਢਕਣਾ ਨਾ ਤਾਂ ਸਾਰਿਆਂ ਸਿੰਘਾਂ ਦੀਆਂ ਲਾਸ਼ਾਂ ਢੱਕ ਇਹ ਧਰਤੀ ਤੇ ਜਿੰਨੇ ਵੀ ਸ਼ਹੀਦ ਹੋਏ ਆ ਸਾਰੇ ਹੀ ਮੇਰੇ ਸਾਹਿਬਜ਼ਾਦੇ ਨੇ ਆਖੋ ਸਤਿਨਾਮ ਜਿੰਨੇ ਸ਼ਹੀਦ ਹੋਏ ਜਿੰਨੇ ਪਏ ਨੇ ਨਾ ਸਾਰੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੇਰੇ ਪੁੱਤ ਪਏ ਇਕੱਲੇ ਸਾਹਿਬਜ਼ਾਦੇ ਨਹੀਂ ਇਹ ਸਾਰੇ ਹੀ ਮੇਰੇ ਲਾਲ ਪਏ ਜੇ ਢਕਣੀਆਂ ਨੇ ਨਾ ਗੁਰਮੁਖੋ ਧੰਨ ਜਿਗਰਾ ਉਹਨਾਂ ਮਾਵਾਂ ਦਾ ਜਿਹੜੀਆਂ ਭਰੀ ਜਵਾਨੀ ਵਿੱਚ ਪੁੱਤ ਤੋਰਦੀਆਂ ਕਹਿਣਾ ਸੌਖਾ ਹੈ ਗੱਲਾਂ ਕਰਨੀਆਂ ਸੌਖੀਆਂ ਨੇ ਜਿਹੜੀਆਂ ਕੋਠੇ ਜਿੱਡਾ ਕਰਕੇ ਪੁੱਤ ਤੋਰਨ ਨਾ ਮੈਂ ਹੈਰਾਨ ਸੀ ਉਹ ਜਦੋਂ ਮਰਿਆ ਨਾ ਸਿੱਧੂ ਮੂਸੇਵਾਲਾ ਮਾਂ ਉਹਦਾ ਮਰੇ ਹੋਏ ਦਾ ਸਿਰ ਗੁੰਦ ਰਹੀ ਹੈ ਉਹ ਮਾਂ ਦਾ ਸੀਨਾ ਪਾੜ ਕੇ ਬਾਹਰ ਆ ਗਿਆ ਜਦੋਂ
ਐਡਾ ਵੱਡਾ ਪੁੱਤ ਅੱਖਾਂ ਦੇ ਸਾਹਮਣੇ ਬੋਲਦਾ ਨਾ ਹੋਵੇ ਨਾ, ਬੁਲਾਇਆ ਵੀ ਨਾ ਬੋਲੇ, ਉਹ ਮਾਂ ਦਾ ਜਿਗਰਾ ਵੇਖੋ ਜਿਹੜੀ ਮਰੇ ਹੋਏ ਪੁੱਤ ਦਾ ਵੀ ਸਿਰ ਗੁੰਦ ਕੇ ਤੋੜ ਲਈ। ਕਹਿਣਾ ਸੌਖਾ, ਲੋਕ ਲੋਕ ਰੋਂਦੀਆਂ ਨੇ ਮਾਵਾਂ, ਸੌਖੇ ਨਹੀਂ ਹੁੰਦੇ ਪੁੱਤ ਤੋੜ।
ਦਇਆ ਸਿੰਘ ਸਾਹਿਬ ਨੇ ਆਵਾਜ਼ ਮਾਰੀ, ਬਣਾਇਓ ਕਾਟਰ ਦਾ ਸੋਨਾ ਸਮਾਪਤੀ ਤੇ। ਲਾਈਟ ਦੀ ਥੋੜੀ ਜਿਹੀ ਖਰਾਬੀ, ਚਲੋ ਪਿਆਰ ਨਾਲ ਸੁਣੋ, ਥੋੜੀ ਜਿਹੀ ਹਾਜ਼ਰੀ ਆਪਾਂ ਹੋ ਲਾਉਂਦੇ ਆ। ਗੁਰਮੁਖੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਵਾਜ਼ ਮਾਰੀ ਭਾਈ ਦਇਆ ਸਿੰਘ ਸਾਹਿਬ ਨੇ, ਸੱਚੇ ਪਾਤਸ਼ਾਹ ਹੁਕਮ ਕਰੋ, ਤੇਰੇ ਲਾਲਾਂ ਦੀਆਂ ਲਾਸ਼ਾਂ ਨੰਗੀਆਂ ਨੇ, ਆ ਕਮਰ ਕੱਸੇ ਤੇ ਦੋ ਟੋਟ ਕੇ ਬਣਾ ਕੇ ਤੇਰੇ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਧਰ ਕੇ। ਮਹਾਰਾਜ ਕਹਿੰਦੇ ਨਾ, ਕਹਿੰਦਾ ਸੱਚੇ ਪਾਤਸ਼ਾਹ ਭਾਈ ਦਇਆ ਸਿੰਘ ਸਾਹਿਬ ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰੋ, ਆ ਦੁਨੀਆ ਤੇ ਗਰੀਬ ਮਾਪਿਆਂ ਤੋਂ ਗਰੀਬ ਪਏ ਐ, ਗਰੀਬ ਤੋਂ ਗਰੀਬ ਇਸ ਦੁਨੀਆ ਤੇ ਪਏ ਐ। ਰੱਬ ਨਾ ਕਰੇ ਜੇ ਕਿਸੇ ਗਰੀਬ ਦਾ ਵੀ ਪੁੱਤ ਜਾਂਦਾ ਕਫਨ ਤੋਂ ਬਿਨਾਂ ਨਹੀਂ ਗਿਆ। ਆਖੋ ਸਤਿਨਾਮ। ਲੱਖਾਂ ਹੀ ਗਰੀਬ ਮਾਪੇ ਇਸ ਦੁਨੀਆ ਤੇ ਪਏ ਨੇ, ਕਫਨੋਂ ਬਗੈਰ ਦੱਸ ਕਿਹਦੇ ਪੁੱਤ ਗਏ ਨੇ। ਸੱਚੇ ਪਾਤਸ਼ਾਹ ਦੱਸੋ ਤਾਂ ਸਹੀ, ਕਫਨ ਤੋਂ ਬਗੈਰ ਲਾਲ ਕਿਹਦੇ ਗਏ ਨੇ। ਮਹਾਰਾਜ ਕਿਰਪਾ ਕਰੋ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਿੱਛੇ ਮੁੜ ਕੇ ਵੇਖਿਆ, ਕਹਿੰਦੇ ਦਇਆ ਸਿੰਘਾ ਅੰਮ੍ਰਿਤ ਧਾਰਿਆ ਉਠ ਨਿਸਚਿੰਤ ਹੋ ਕੇ, ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਬਜਾ ਕੇ ਆ ਗਿਆ ਹਾਂ। ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ। ਮੈਨੂੰ ਰਤਾ ਪਰਵਾਹ ਨਹੀਂ ਪਾਵੇ ਜੱਗ ਸਾਰਾ, ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਤੇ ਸਿੰਘ ਹੋਰ ਸਮਝੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਿਗਰਾ ਵੇਖੋ। ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਦੁਨੀਆ ਦੇ ਲੋਕ ਇਹ ਗੱਲ ਨਾ ਕਹਿਣ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੁੱਤਰਾਂ ਤੇ ਸਿੰਘਾਂ ਵਿੱਚ ਫਰਕ ਰੱਖਿਆ। ਆਖੋ ਸਤਿਨਾਮ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਗੱਜ ਕੇ ਪੜ੍ਹ ਲਿਓ। ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਐ, ਵਾਜਾਂ ਵਾਲੇ ਗੁਰਾਂ ਤੇਰੀ
ਦਾਨੀ ਬਣੇ ਹੋਏ, ਕਿਸੇ ਨੇ ਮਾਇਆ ਭੇਟ ਕੀਤੀ, ਕਿਸੇ ਨੇ ਜ਼ਮੀਨ ਭੇਟ ਕੀਤੀ, ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰੇ ਭੇਟ ਕਰ ਦਿੱਤੇ, ਆਪਣਾ ਪਰਿਵਾਰ ਦਾਨ ਕਰ ਦਿੱਤਾ। ਜੇ ਅੱਜ ਸਿਰ ਤੇ ਪੱਗ ਬੰਨੀ ਹੈ ਨਾ, ਨਵੇਕਲੀ ਪਛਾਣ ਬਣੀ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਾਲਾਂ ਕਰਕੇ। ਆਖੋ ਸਤਿਨਾਮ। ਧੰਨਵਾਦਾਂ ਵਾਲਿਆ ਸੱਚੇ ਪਾਤਸ਼ਾਹ, ਜੇ ਤੁਸੀਂ ਕੁਰਬਾਨੀ ਨਾ ਦਿੰਦੇ, ਸਾਡੇ ਸਿਰ ਤੇ ਆ ਤਾਜ ਨਹੀਂ ਸੀ ਸਜਣਾ। ਜਿਹੜਾ ਤਾਜ ਸਜਾਇਆ ਨਾ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਦੇਣ। ਗੁਰਮੁਖੋ, ਆਓ ਸਮਾਂ ਸਮਾਪਤੀ ਤੇ ਹੈ। ਭਾਈ ਮਨੀ ਸਿੰਘ ਸਾਹਿਬ 3 ਟੋਕਰਿਆਂ ਵਿੱਚ ਮਾਸ ਬੰਦ-ਬੰਦ ਕੱਟਿਆ ਗਿਆ ਸਰੀਰ। ਭਾਈ ਮਨੀ ਸਿੰਘ ਸਾਹਿਬ ਜੀ ਦਾ ਸਰੀਰ 3 ਟੋਕਰਿਆਂ ਵਿੱਚ ਟੁਕੜੇ ਪਾਏ ਗਏ। ਇਤਿਹਾਸਕਾਰਾਂ ਨੇ ਲਿਖਿਆ, ਕਹਿੰਦੇ ਉਹਨਾਂ 3 ਟੋਕਰਿਆਂ ਵਿੱਚੋਂ ਵੀ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਹੈ। ਉਹ ਕਾਜੀ ਨੇ ਆਖਿਆ, ਕਹਿੰਦਾ ਸਿੱਖ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਨੇ, ਸਿੱਖਾਂ ਦੇ ਅੰਦਰ ਐਸੀ ਕਿਹੜੀ ਸਪਿਰਟ ਗੁਰੂ ਗੋਬਿੰਦ ਸਿੰਘ ਸਾਹਿਬ ਭਰ ਗਏ ਆ, ਇਹ ਜਿਉਂਦੇ ਜੀਵ ਵੀ ਤੰਗ ਕਰਦੇ ਸੀ, ਸ਼ਹੀਦ ਹੋਣ ਤੋਂ ਬਾਅਦ ਵੀ ਬਾਣੀ ਪੜ੍ਹ ਰਹੇ। ਗੁਰਮੁਖੋ, ਸਿੱਖ ਕੌਮ ਤਾਂ ਐਡੀ ਮਹਾਨ ਹੈ, ਇਹਦੇ ਸਾਡੀ ਕੌਮ ਵਿੱਚ ਜੰਮਣ ਤੋਂ ਪਹਿਲਾਂ ਵੀ ਕੌਮ ਦੇ ਸ਼ਹੀਦ ਹੋਏ। ਉਹ ਕਿਵੇਂ? ਮੀਰ ਮੰਨੂ ਦੀਆਂ ਜੇਲ੍ਹਾਂ ਵਿੱਚ ਉਹਨਾਂ ਮਾਵਾਂ ਦੇ ਢਿੱਡ ਤੇ ਪੱਥਰ ਰੱਖ ਕੇ ਪੁੱਠਾ ਕਰਕੇ ਨਾ, ਜਿਨ੍ਹਾਂ ਦੇ ਪੇਟ ਵਿੱਚ ਬੱਚੇ ਪਲ ਰਹੇ ਸਨ, ਉਹਨਾਂ ਦੀ ਪਿੱਠ ਦੇ ਉੱਤੇ ਪੱਥਰ ਰੱਖ ਕੇ ਵੀ ਬੱਚੇ ਸ਼ਹੀਦ ਕੀਤੇ। ਗੁਰਮੁਖੋ, ਇਹ ਸਾਡੀ ਕੌਮ ਦਾ ਇਤਿਹਾਸ ਹੈ। ਜਦੋਂ ਕਿਤੇ ਸਾਹਮਣੇ ਬਹਿਨੇ ਆ ਨਾ ਕੇਸ ਕਟਾਉਣ ਲਈ, ਇੱਕ ਵਾਰ ਭਾਈ ਮਨੀ ਸਿੰਘ ਸਾਹਿਬ ਨੂੰ ਚੇਤੇ ਕਰ ਲਿਆ। ਐ ਬਾਜਾਂ ਵਾਲਿਆ, ਤੇਰਿਆਂ ਸਿੱਖਾਂ ਨੇ, ਤੇਰਿਆਂ ਸਿੰਘਾਂ ਨੇ ਬੰਦ-ਬੰਦ ਕਟਾ ਕੇ 3 ਟੋਕਰੇ ਮਾਸ ਦੇ ਭਰੇ ਗਏ, ਉਹਦੇ ਵਿੱਚੋਂ ਵੀ ਜਪਜੀ ਸਾਹਿਬ ਪੜਿਆ ਜਾ ਰਿਹਾ ਹੈ। ਇੱਥੇ ਅਸੀਂ ਸਹੀ ਸਲਾਮਤ ਹੋ ਕੇ ਵੀ ਨਿਤਨੇਮ ਤੋਂ ਭੱਜਦੇ ਆ। ਮਾੜਾ ਜਿਹਾ ਸਿਰ ਦੁਖਣ ਲੱਗ ਪਿਆ, ਜਦੇ ਕਹਿਣਗੇ ਸੱਚੇ ਪਾਤਸ਼ਾਹ ਅੱਜ ਨਹੀਂ ਨਿਤਨੇਮ ਹੋਣਾ, ਅੱਜ ਬਾਣੀ ਨਹੀਂ ਪੜ੍ਹ ਹੋਣੀ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਵੱਲ ਦੇਖਿਓ, ਜਦੋਂ ਸਰਸਾ ਦੇ ਕੰਢੇ ਮਹਾਰਾਜ ਬੈਠੇ ਸਨ ਨਾ, ਪਿੱਛੋਂ ਫੌਜਾਂ ਚੜ੍ਹ ਕੇ ਆ ਰਹੀਆਂ ਨੇ, ਅਲੀ ਅਲੀ ਦੇ ਨਾਰੇ ਲੱਗ ਰਹੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਸਿੰਘਾਂ ਨੂੰ ਕਹਿੰਦੇ ਸਾਜ਼ ਖੋਲੋ। ਸੱਚੇ ਪਾਤਸ਼ਾਹ ਕਾਹਦੇ ਲਈ? ਮਹਾਰਾਜ ਕਹਿੰਦੇ ਆਸਾਂ ਦੀ ਵਾਰ ਦਾ ਵੇਲਾ ਹੋਇਆ, ਆਸਾਂ ਦੀ ਵਾਰ ਪੜੋ। ਸੱਚੇ ਪਾਤਸ਼ਾਹ ਪਿੱਛੋਂ ਫੌਜਾਂ ਚੜ੍ਹ ਕੇ ਆ ਰਹੀਆਂ ਨੇ, ਤੁਸੀਂ ਨਿਤਨੇਮ ਦੀ ਗੱਲ ਕਰਦੇ ਹੋ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸਿੰਘੋ, ਅੱਜ ਦੇ ਪਾਏ ਹੋਏ ਪੂਰਨੇ, ਅੱਜ ਦੀਆਂ ਪਾਈਆਂ ਹੋਈਆਂ ਲੀਹਾਂ ਸਿੱਖ ਕੌਮ ਯਾਦ ਰੱਖੇਗੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਔਖੇ ਤੋਂ ਔਖੇ ਵੇਲੇ ਵਿੱਚ ਵੀ ਨਿਤਨੇਮ ਨਹੀਂ ਛੱਡਿਆ। ਆਖੋ ਸਤਿਨਾਮ। ਅਸੀਂ ਕਿਹੋ ਜਿਹੇ ਸਿੱਖਾਂ, ਮਾੜੀ ਜੀ ਔਖੀ ਘੜੀ ਆਈ, ਮਾੜਾ ਜਿਹਾ ਦੁੱਖ ਆਇਆ, ਕਿਸੇ ਦੇ ਮਰਗਤ ਤੇ ਚਲੇ ਗਏ, ਕਿਸੇ ਦੇ ਸੰਸਕਾਰ ਤੇ ਚਲੇ ਗਏ, ਅਸੀਂ ਇੰਨੇ ਕੁ ਜਜ਼ਬਾਤੀ ਹੋ ਜਾਂਦੇ ਆ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਿਤਨੇਮ ਵੀ ਛੱਡ ਪੈਂਦੇ ਆ, ਭੁੱਲ ਜਾਂਦੇ ਆ ਨਾ ਨਿਤਨੇਮ ਕਰਨਾ। ਦੁੱਖ ਦੀ ਘੜੀ ਵਿੱਚ ਭੁੱਲ ਜਾਂਦੇ ਆ, ਜਾਂ ਬਹੁਤੀਆਂ ਸੁੱਖਾਂ ਦੀ ਘੜੀ ਵਿੱਚ, ਵਿਆਹ ਸ਼ਾਦੀ ਵਿੱਚ ਨਿਤਨੇਮ ਕਰਨਾ ਭੁੱਲ ਜਾਂਦੇ ਆ। ਇਹਦਾ ਮਤਲਬ ਸਾਨੂੰ ਗੁਰੂ ਨਾਲੋਂ ਸਾਡੀ ਖੁਸ਼ੀ ਵੱਡੀ ਹੈ, ਸਾਡੇ ਗੁਰੂ ਨਾਲੋਂ ਸਾਡੀ ਗਮੀ ਵੱਡੀ ਹੈ।
ਵੱਡਾ ਤਾਂ ਉਹੀ ਹੈ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਅਰਦਾਸ ਕਰੋ, ਮਹਾਰਾਜ ਕਿਰਪਾ ਕਰ ਦੋ। ਬਾਬਾ ਦੀਪ ਸਿੰਘ ਸਾਹਿਬ ਆਖਰੀ ਸਮਾਪਤੀ ਹੈ। ਭਾਈ ਮਨੀ ਸਿੰਘ ਸਾਹਿਬ ਦੇ ਸਮਕਾਲੀ ਹੋਏ। ਮੌਤ ਸਾਹਮਣੇ ਆ ਕੇ ਗੱਲਾਂ ਕਰਦੀ ਬਾਬਾ ਦੀਪ ਸਿੰਘ ਨਾਲ, ਕਹਿੰਦੀ ਬਾਬਾ ਤੈਨੂੰ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਜਾਣ ਨਹੀਂ ਦਿੰਦੀ, ਮੈਂ ਬਹੁਤ ਵੱਡੀ ਆ, ਮੇਰਾ ਨਾਮ ਦੁਨੀਆ ਤੇ ਮੌਤ ਲਿਖਿਆ ਹੈ। ਬਾਬਾ ਦੀਪ ਸਿੰਘ ਸਾਹਿਬ ਕਹਿੰਦੇ ਤੇਰੇ ਨਾਲੋਂ ਵੱਡਾ ਮੇਰਾ ਗੁਰੂ ਰਾਮਦਾਸ ਹੈ। ਆ ਵੇਖ ਮੇਰਾ ਸਿਰ ਮੇਰੇ ਧੜ ਨਾਲੋਂ ਜੁਦਾ ਹੈ, ਮੈਂ ਤੇਰੀਆਂ ਅੱਖਾਂ ਦੇ ਸਾਹਮਣੇ ਗੁਰੂ ਰਾਮਦਾਸ ਕੋਲ ਜਾਣਾ। ਹਰਮੰਦਰ ਸਾਹਿਬ ਜਾਣੇ ਹੋ, ਹਰਮੰਦਰ ਸਾਹਿਬ ਪਰਕਰਮਾਂ ਵਿੱਚ ਬਾਬਾ ਦੀਪ ਸਿੰਘ ਬੈਠੇ ਐ, ਆਖੋ ਸਤਿਨਾਮ। ਜਾਣੇ ਹੋ ਨਾ ਹਰਮੰਦਰ ਸਾਹਿਬ, ਸ਼ਹੀਦ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਜ਼ਰੂਰ ਮੱਥਾ ਟੇਕ ਕੇ ਆਇਆ ਕਰੋ। ਪਰਕਰਮਾਂ ਵਿੱਚ ਬੈਠੇ ਐ, ਉਹ ਸਿਰ ਵੱਡਿਆ ਸਿੱਖ ਬੈਠਾ ਹੈ। ਧੰਨ ਬਾਬਾ ਦੀਪ ਸਿੰਘ ਸਾਹਿਬ ਹਰਮੰਦਰ ਸਾਹਿਬ ਦੀ ਪਰਕਰਮਾਂ ਵਿੱਚ 24 ਘੰਟੇ ਹਾਜ਼ਰ ਨੇ, ਆਖੋ ਸਤਿਨਾਮ। ਮੌਤ ਗੁਰੂ ਕੇ ਸਿੰਘਾਂ ਨੇ ਡਰਾਈ। ਬਾਬਾ ਦੀਪ ਸਿੰਘ ਸਾਹਿਬ ਨੇ ਮੌਤ ਵੀ ਡਰਾ ਲਈ, ਜਿਹੜੀ ਮੌਤ ਤੋਂ ਸਾਰੀ ਦੁਨੀਆ ਡਰਦੀ ਹੈ, ਉਹ ਮੌਤ ਬਾਬਾ ਦੀਪ ਸਿੰਘ ਨੇ ਡਰਾਈ ਹੈ। ਗੁਰੂ ਦੇ ਸਿੰਘਾਂ ਨੇ ਡਰਾ ਲਈ, ਮੌਤ ਗੁਰੂ ਦੇ ਸਿੰਘਾਂ ਨੇ ਡਰਾਈ, ਕਿਸੇ ਦੇ ਕੋਲੋਂ ਹੋਰ ਨਾ ਡਰੀ। ਖਿੱਚੂ ਗੱਲ ਮੌਤ ਨੂੰ ਧੰਨਵਾਦ ਦੀਪ ਸਿੰਘ ਨੇ ਜਾਂ ਮੁਹੰਮਦ ਮੇਰੇ ਪਿੱਛੇ ਹੋ ਜਾ ਆ ਸਿਰ ਲੱਗਿਆ ਸਿੰਘ ਤੇਰੇ ਸਾਹਮਣੇ ਖੜਾ ਮੈਂ ਗੁਰੂ ਰਾਮਦਾਸ ਸਾਹਿਬ ਗੁਰੂ ਦਾ ਬਚਨ ਵਸੈ ਮਹਾਰਾਜ ਦਾ ਬਚਨ ਮੇਰੇ ਹਿਰਦੇ 'ਚ ਹੈ। ਬਾਬਾ ਦੀਪ ਸਿੰਘ ਸਾਹਿਬ
ਐਸੇ ਸ਼ਹੀਦ ਹੋਏ ਸਿਰ ਧੜ ਤੋਂ ਜੁਦਾ ਹੋਣ ਤੋਂ ਬਾਅਦ ਵੀ ਜੰਗ ਲੜਦੇ ਨੇ। ਤੁਮਕੋ 80 ਸਾਲ ਦੀ ਉਮਰ ਵਿੱਚ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਕੇ ਸਿਰ ਟਿਕਾਉਂਦੇ ਨੇ। ਆਖੋ ਸਤਿ ਐਸੇ ਪਹਿਰੇ ਨੇ ਸ਼ਹੀਦਾਂ ਸਿੰਘਾਂ ਦੇ ਮਹਾਂਪੁਰਖ ਅੱਜ ਕੈਨੇਡਾ ਦੀ ਧਰਤੀ ਤੇ ਸ਼੍ਰੀ ਮਾਨ ਸੰਤ ਬਾਬਾ ਗੁਰਮੇਲ ਸਿੰਘ ਜੀ ਖਾਲਸਾ ਮਹਾਂਪੁਰਖ ਅੱਜ ਜਿੰਨਾ ਪਰਿਵਾਰ ਬੈਠਾ ਜਿੰਨੀ ਫੁਲਵਾੜੀ ਮਹਾਂਪੁਰਖਾਂ ਦੀ ਬੈਠੀ ਇਹ ਬਖਸ਼ਿਸ਼ਾਂ ਅਸੀਸ ਉਹਨਾਂ ਦੀ ਹੈ ਸਾਡੀ। ਤੁਸੀਂ ਸਾਰੇ ਮਹਾਂਪੁਰਖਾਂ ਦੇ ਪਿਆਰ ਵਿੱਚ ਮੁਹੱਬਤ ਵਿੱਚ ਉਹਨਾਂ ਨੂੰ ਹਾਜ਼ਰ ਸਮਝ ਕੇ ਆਪਾਂ ਹਾਜ਼ਰੀ ਪਾਉਂਦੇ ਕਿਉਂਕਿ ਗੁਰਮੁਖੋ ਜਿਹੜੇ ਰੱਬ ਦੇ ਪਿਆਰੇ ਆ ਸਾਧੂ ਹੈ ਹਰ ਵੇਲੇ ਜਿੱਥੇ ਕੋਈ ਪਿਆਰ ਕਰਦਾ ਉੱਥੇ ਹੀ ਹਾਜ਼ਰ ਹੈ। ਮੈਂ 5-7-10 ਮਿੰਟ ਤੋਂ ਸਮਾਪਤੀ ਲੱਗਿਆ ਕਰ ਇੱਕ ਦਾ 10 ਮਿੰਟ ਪਹਿਲਾਂ ਹੀ ਘੱਟ ਹੋ ਗਏ ਸੀ ਫਿਰ ਲੈਟ ਤੇ ਸੁਣਿਓ ਹੁਣ ਬੇਨਤੀ ਤੁਹਾਡੀ ਸ਼ਰਧਾ ਤੁਹਾਡਾ ਪਿਆਰ ਮਹਾਂਪੁਰਖ ਤੇ ਸਾਧੂ ਤੇ ਰੱਬ ਤੇ ਕਿੰਨਾ ਕੁ ਗੱਲ ਇੱਥੇ ਮੁੱਕੀ ਦੁਬਈ ਵਿੱਚ ਇੱਕ ਗੁਰਸਿੱਖ ਬਾਬਾ ਦੀਪ ਸਿੰਘ ਨੂੰ ਬਹੁਤ ਮੰਨਦਾ ਸੀ। ਸੁਣ ਲਿਓ ਬਹੁਤ ਮੰਨਣਾ ਟਰਾਂਸਪੋਰਟ ਦਾ ਕੰਮ ਸੀ ਕੱਲੀ ਕੱਲੀ ਗੱਡੀ ਤੇ ਲਿਖਿਆ ਸੀ ਧੰਨ ਬਾਬਾ ਦੀਪ ਸਿੰਘ। ਕਾਰੋਬਾਰ ਡਾਊਨ ਹੋ ਗਿਆ ਕੰਮ ਖੜ ਗਿਆ ਇੱਕ ਦਿਨ ਗੱਡੀਆਂ ਖੜ ਗਈਆਂ ਡਰਾਈਵਰ ਛੱਡ ਕੇ ਭੱਜ ਗਏ। ਬੜਾ ਤੰਗ ਹੈ ਕਿ ਧੰਨ ਬਾਬਾ ਦੀਪ ਸਿੰਘ ਸਾਹਿਬ ਇਹ ਕੀ ਖੇਡ ਵਰਤ ਰਹੀ ਹੈ ਕੋਈ ਸਮਝ ਨਹੀਂ ਆਉਂਦੀ। ਸੁਣਿਓ ਪਰਖਦੇ ਆ ਨਾ ਮਹਾਰਾਜ ਲਾ ਲਾ ਕਸਵੱਟੀਆਂ ਪਰਖਦਾ ਹੈ ਰੱਬ ਪਰਖਦਾ ਭਗਤਾਂ ਕਦੇ ਦੇਗਾਂ ਵਿੱਚ ਉਬਾਲਦਾ ਏ ਕਦੇ ਸਿਰਾਂ ਤੇ ਚਲਾਉਂਦਾ। ਕਹਿੰਦੇ ਤੰਗ ਬਹੁਤ ਹੈ। ਇੱਕ ਦਿਨ ਇੱਕ ਨਾਲ ਦਾ ਕਹਿੰਦਾ ਚੱਲ ਫਲਾਣੀ ਜਗ੍ਹਾ ਇੱਕ ਸਿਆਣਾ ਬੈਠਾ ਤੈਨੂੰ ਲੈ ਚੱਲਦਾ। ਕਹਿੰਦਾ ਰਹਿਣ ਦੇ ਜਾ ਖਰਚਾ ਤੇ ਹੈ ਨਹੀਂ ਕੋਲ ਬਾਬਾ ਦੀਪ ਸਿੰਘ ਕਿਰਪਾ ਕਰਨਗੇ। ਕਹਿੰਦਾ ਨਹੀਂ ਉਹਨੇ ਰੋਜ਼ ਕਹਿਣਾ ਵੀ ਚੱਲ ਉੱਥੇ ਚੱਲੀਏ ਮੁਸਲਮਾਨ ਬੈਠਾ ਹੈ। ਕਹਿੰਦੇ ਇੱਕ ਦਿਨ ਮਨ ਬਣਾ ਲਿਆ ਵੀ ਅੱਜ ਜਾਣਾ ਹੀ ਲੈਣਾ ਹੈ। ਤੰਗ ਹੋਇਆ ਬੰਦਾ ਫਿਰ ਦੇਖਦਾ ਨਾ ਕੋਈ ਨਾ ਕੋਈ ਰਾਹ 300 ਕਿਲੋਮੀਟਰ ਗਏ 300 ਕਿਲੋਮੀਟਰ ਖਰਚਾ ਕੋਲ ਨਹੀਂ ਸੀ ਨਾਲ ਦੇ ਨੇ ਖਰਚਾ ਕੀਤਾ। ਜਦੋਂ ਗਏ ਉਹ ਮੁਸਲਮਾਨ ਫਕੀਰ ਦੇ ਕੋਲ ਕਹਿੰਦੇ ਜੀ ਇਹਨਾਂ ਦੀ ਅਰਦਾਸ ਕਰੋ। ਉਹ ਕਹਿੰਦਾ ਜਦ ਕੱਲ ਨੂੰ ਆਇਓ ਕੱਲ ਨੂੰ ਕਰੋ। ਕਹਿੰਦੇ ਜੀ ਆਏ ਬਹੁਤ ਤੰਗ ਹੋ ਗਏ ਆ ਖਰਚਾ ਤੇ ਪਹਿਲਾਂ ਹੀ ਕੋਲ ਨਹੀਂ ਕਿਰਪਾ ਕਰ ਦਿਓ। ਨਹੀਂ ਜੀ ਤੁਸੀਂ ਕੱਲ ਨੂੰ ਆਇਓ। ਇੱਕਦਮ ਉਹ ਉੱਠ ਖੜਾ ਹੋ ਗਿਆ। ਇਹ ਅਗਲੇ ਦਿਨ ਫੇਰ ਗਏ। ਜਦੋਂ ਅਗਲੇ ਦਿਨ ਅੰਦਰ ਗਏ ਕਹਿੰਦੇ ਜੀ ਅਰਦਾਸ ਕਰੋ। ਕਹਿੰਦਾ ਹੁਕਮ ਨਹੀਂ ਹੋਇਆ ਹਲੇ ਤੁਸੀਂ ਕੱਲ ਨੂੰ ਆਇਓ। ਇਹ ਬਹੁਤ ਤੰਗ ਹੋਇਆ ਵੀ ਖਰਚੇ ਤੋਂ ਪਹਿਲਾਂ ਹੀ ਤੰਗ ਆ। ਇਹ ਸਾਡੀ ਅਰਦਾਸ ਵੀ ਨਹੀਂ ਕਰਦਾ 300 ਕਿਲੋਮੀਟਰ ਤੋਂ ਆਈਦਾ ਇਹ ਸਾਡੀ ਅਰਦਾਸ ਵੀ ਨਹੀਂ ਕਰਦਾ। ਤੀਜੇ ਦਿਨ ਧੱਕੇ ਨਾਲ ਗਿਆ ਉਹ ਲੈ ਕੇ ਕਹਿੰਦਾ ਅੱਜ ਚੱਲ ਜੇ ਅਰਦਾਸ ਕਰਦੀ ਠੀਕ ਹੈ ਨਹੀਂ ਮੋੜਾਂਗੇ। ਅੰਦਰ ਲੱਗੇ ਵੜਨ ਉਹ ਕਹਿੰਦਾ ਅੰਦਰ ਨਾ ਆਇਓ ਤੁਹਾਡੀ ਮੈਂ ਅਰਦਾਸ ਨਹੀਂ ਕਰਦੀ। ਕਹਿੰਦੇ ਬਾਬਾ ਜੀ ਕਾਰਨ ਤੇ ਦੱਸੋ। ਕਹਿੰਦਾ ਜਦੋਂ ਮੈਂ ਤੁਹਾਡੇ ਸਿਰ ਤੇ ਹੱਥ ਰੱਖਣ ਲੱਗਦਾ ਤੇਰੇ ਪਿੱਛੇ ਨੀਲੇ ਚੋਲੇ ਵਾਲਾ ਬਿਨਾਂ ਸਿਰ ਤੋਂ ਖੜ ਜਾਂਦਾ। ਤੇਰੇ ਪਿੱਛੇ ਨੀਲੇ ਕੱਪੜਿਆਂ ਵਿੱਚ ਕੋਈ ਪਤਾ ਨਹੀਂ ਕੌਣ ਹੈ ਉਹਦੇ ਧੜ ਤੇ ਸਿਰ ਵੀ ਹੈ ਨਹੀਂ ਤੇਰੇ ਪਿੱਛੇ ਖੜ ਜਾਂਦਾ। ਉਹ ਮੈਨੂੰ ਤੇਰੀ ਅਰਦਾਸ ਨਹੀਂ ਕਰਦਾ। ਹੈ ਧੰਨ ਬਾਬਾ ਦੀਪ ਸਿੰਘ ਸਾਹਿਬ ਆਇਆ ਘਰੇ ਬਹੁਤ ਰੋਇਆ ਸਿਰ ਰੱਖ ਕੇ ਬਾਬਾ ਦੀਪ ਸਿੰਘ ਦੇ ਚਰਨਾਂ। ਸੱਚੇ ਪਾਤਸ਼ਾਹ ਇੰਨਾ ਪਿਆਰ ਇੰਨੀ ਮੁਹੱਬਤ ਕਰਦੇ ਹੋ ਮੇਰੇ ਤੇ ਕਿਰਪਾ ਕਰ ਦਿਓ ਮੈਨੂੰ ਭੁੱਲੇ ਨੂੰ ਰਸਤੇ ਪਾ ਦਿਓ। ਮਹਾਂਪੁਰਖ ਬੈਠੇ ਕੈਨੇਡਾ ਦਿਲ ਮਹਾਂਪੁਰਖਾਂ ਦਾ ਇੱਥੇ ਹੀ ਸੰਗਤ ਵਿੱਚ ਕਿੰਨਾ ਪਿਆਰ ਕਿੰਨਾ ਮੁਹੱਬਤ ਵੰਡ ਰਹੇ ਨੇ। ਸਵੇਰੇ ਵੀ ਟੈਲੀਫੋਨ ਤੇ ਗੱਲ ਕੀਤੀ ਹੁਣ ਬਾਅਦ ਵੀ ਸਾਰੀ ਸੰਗਤ ਦਰਸ਼ਨ ਕਰਿਓ। ਮਹਾਂਪੁਰਖ ਪਿਆਰ ਵਾਲੀ ਰੂਹ ਬੰਦਗੀ ਵਾਲੀ ਉਹ ਰੂਹ ਦੇਖੋ ਕਿੱਥੇ ਤੱਕ ਸੰਗਤ ਦੇ ਭਲੇ ਦੀ ਜੁਗੀ ਮਹਾਰਾਜ ਨੇ ਲਾਈ ਹੋਈ। ਅੱਜ ਦੀ ਫੁਲਵਾੜੀ ਉਹਨਾਂ ਮਹਾਂਪੁਰਖਾਂ ਦੀ ਫੁਲਵਾੜੀ ਬੈਠੀ। ਦੇਖੋ ਧੰਨ ਬਾਬਾ ਦੀਪ ਸਿੰਘ ਸਾਹਿਬ
ਭਾਈ ਮਨੀ ਸਿੰਘ ਸਾਹਿਬ, ਧੰਨ ਕੁਰਬਾਨੀ, ਧੰਨ ਸ਼ਹੀਦੀ। ਤੇ ਗੁਰਮੁਖੋ, ਜਦੋਂ ਜਦੋਂ ਵੀ ਇਸ ਧਰਤੀ ਤੇ ਆਈਏ, ਇਸ ਧਰਤੀ ਨੂੰ ਸਿਜਦਾ ਹੀ ਕਰਿਆ ਕਰੋ। ਇਹ ਸ਼ਹੀਦਾਂ ਦੀ ਉਹ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਿਆ। ਆਓ ਅਰਦਾਸ ਕੀ ਕਰਨੀ ਹੈ, ਕੱਲੇ ਕੱਲੇ ਬੋਲ, ਕੱਲਾ ਕੱਲਾ ਬੋਲਿਓ, ਕਰਿਓ ਅਰਦਾਸ। ਮਹਾਂਪੁਰਖਾਂ ਤੋਂ ਅਰਦਾਸ ਕਰਾਉਣੀ ਕਿਹੜੀ ਹੈ? ਜਦੋਂ ਟੈਲੀਫੋਨ ਤੇ ਕਦੇ ਵੀ ਗੱਲ ਕਰਦੇ ਹੋ, ਵਚਨ ਕਰਦੇ ਹੋ, ਮਹਾਂਪੁਰਖ ਬਾਬਾ ਗੁਰਦੇਵ ਸਿੰਘ ਖਾਲਸਾ ਜੀ, ਸੰਤ ਮਹਾਂਪੁਰਖਾਂ ਨਾਲ, ਉਦੋਂ ਇੱਕੋ ਹੀ ਅਰਦਾਸ, ਸੱਚੇ ਪਾਤਸ਼ਾਹ ਬਖਸ਼ਿਓ ਮੇਰੇ ਦਾਤਾ ਜੀ, ਸੇਵਾ ਤੇ ਸਿਮਰਨ ਮੈਨੂੰ। ਸ਼ਹੀਦ ਹੋਣ ਤੋਂ ਬਾਅਦ ਵੀ ਰੰਗ ਨਹੀਂ ਉਤਰਦਾ, ਮਰਿਆਂ ਤੋਂ ਬਾਅਦ ਵੀ ਮਹਾਂਪੁਰਖ ਸਾਹਿਬ ਦੇ ਮੋਇਆਂ ਦਾ ਵੀ ਸਾਥ ਦੇ ਜਾਂਦੇ ਨੇ। ਦੁਨੀਆ ਜਿਉਂਦਿਆਂ ਨੂੰ ਛੱਡ ਜਾਂਦੀ, ਜਿਉਂਦਿਆਂ ਨੂੰ, ਪਰ ਮਹਾਂਪੁਰਖ ਮੋਇਆਂ ਤੋਂ ਬਾਅਦ ਵੀ ਸਾਥ ਸਾਨੂੰ ਬਾਬਾ ਗੁਰਬਚਨ ਸਿੰਘ ਭਿੰਡਰਾਂਵਾਲੇ ਮਹਾਂਪੁਰਖ, ਉਹਨਾਂ ਨਾਲ ਰਹਿੰਦਾ ਸੀਗਾ ਗੁਰਮੁਖ ਸਿੰਘ ਉੜੀਸਾ ਤੋਂ ਕਰਵਾਈ ਵਿੱਚ, ਬੜਾ ਪਿਆਰ ਕਰਦਾ ਸੀ। ਮਹਾਂਪੁਰਖ ਗਏ ਨਾ ਜਦੋਂ, ਕਹਿੰਦੇ ਗੁਰਮੁਖ ਸਾਹਿਬ ਅਸੀਂ ਕੱਲ੍ਹ ਨੂੰ ਸਰੀਰ ਛੱਡ ਜਾਣਾ। ਭਿੰਡਰਾਂਵਾਲੇ ਬਾਬਾ ਗੁਰਬਚਨ ਸਿੰਘ ਕਹਿੰਦੇ, ਭਾਈ ਗੁਰਮੁਖ ਸਿੰਘ ਕਹਿੰਦੇ ਸੱਚੇ ਪਾਤਸ਼ਾਹ ਮਹਾਂਪੁਰਖੋ ਸਾਰੀ ਜ਼ਿੰਦਗੀ ਤੁਹਾਡੇ ਨਾਲ ਰਿਹਾ, ਮੈਂ ਤਾਂ ਤੁਹਾਡੇ ਨਾਲ ਜਾਣਾ। ਕਹਿੰਦੇ ਮੇਰੇ ਨਾਲ ਜਾਣਾ ਹੁੰਦਾ, ਹੁਕਮ ਤੇ ਮੈਨੂੰ ਹੈ। ਭਾਈ ਗੁਰਮੁਖ ਸਿੰਘ ਨੇ ਜਿੱਦ ਕਰ ਲਈ। ਫਿਰ ਬਾਬਾ ਗੁਰਬਚਨ ਸਿੰਘ ਭਿੰਡਰਾਂਵਾਲਿਆਂ ਨੇ ਵਚਨ ਕੀਤਾ, ਕਹਿੰਦੇ ਚੰਗਾ ਮੇਰੇ ਗੁਰਮੁਖ ਸਿਆ, ਸਾਡਾ ਅੰਗੀਠਾ ਮਲਦੇ ਮਲਦੇ ਸਾਡੇ ਪਿੱਛੇ ਆ ਜੀ,
ਅਸੀਂ ਸੱਚਖੰਡ ਦੇ ਰਾਹ 'ਚ ਖੜ ਕੇ ਉਡੀਕ ਕਰਦੇ ਸੱਚ ਜਰਨੈਲ ਸਿੰਘ ਜੀ ਛੋਟੇ ਜਿਹੇ ਸਨ ਪਿੰਡਾਂ ਵਾਲੇ ਕੀਰਤਨ ਸੋਹਿਲਾ ਪੜ੍ਹਦੇ ਸਨ ਭਾਈ ਗੁਰਮੁਖ ਸਿੰਘ ਗਿਆ ਭੀੜ ਚੋਂ ਨਿਕਲ ਕੇ ਬਾਲਟੀ ਸਿਖਾ ਵਿੱਚ ਛਾਲ ਮਾਰ ਕੇ ਆਪਣੀ ਜਾਨ ਲੈ ਲਈ ਜਾਨੂੰ ਸਿੰਘਾਂ ਨੇ ਜਾ ਕੇ ਕੱਢਿਆ ਜਾਨੂੰ ਦੇ ਪ੍ਰਾਣ ਤੋਂ ਮੇਰੂ ਹੋ ਗਏ ਸਤਿਗੁਰ ਬਚਨ ਸਿੰਘ ਪਿੰਡਾਂ ਵਾਲੇ ਸੱਚਖੰਡ ਨਾਲ ਲੈ ਕੇ ਗਏ ਆਓ ਭਾਈ ਇੰਨੀ ਕੋ ਕੀਰਤਨ ਦੀ ਹਾਜ਼ਰੀ ਪ੍ਰਵਾਨ ਕਰਿਓ ਸਮਾਂ ਉੱਪਰ ਹੋ ਚੁੱਕਿਆ 1:30 ਵੱਜ ਚੁੱਕਿਆ तो महाराज जी का कल महापुरुषों ने टेलीफोन पे भी जिन्हें जिन्हें जो भी वचन करने हैं जरूर दर्शन महापुरुष संगत दे करेंगे धन्यवाद सारी संगत का प्यार वालियां का बहुत धन्यवाद जिन्हें तुम आए हो हर 10 दिन ऐदा ही अब महापुरुषों के वचन कबूल करने सारे ने महापुरुषों को हाजिर समझ के हाजिरी भरनी है ऐसे उत्थे सब वक्त रहे हैं गुरु ग्रंथ साहिब महाराज की कृपा महापुरुषों का वरदान है जथेदार साहब भाई हरपाल सिंह जी फतेहगढ़ कुराली जो आए जी आए सारी संगत का बहुत धन्यवाद बाबा हरपाल सिंह जी बहुत बड़ी सेवा दर दर को रस्त वस्त लिया के गुरु के लंगर की सेवा संगत की सेवा कर रहे हैं महापुरुषों ने ड्यूटी लाई श्रीमान सब बाबा गुरमेल सिंह जी खालसा महापुरुषों वालों सारी संगत नूं जी आया सारिਆਂ ਲਈ ਧੰਨਵਾਦ आओ आखिरी धारणा पढ़ के समाप्ति आनंद साहब पढ़ जाइए कोई रसना बाकी ना रहे हर 10वीं से ऐनी चढ़ती कला विच दवान सजणगे ते तुसीं सब ने हाज़री भरनी है सारिਆਂ ਦੇ प्यार प्रेम ਦੀਆਂ ਹਾਜ਼ਰੀਆਂ महापुरुषों के प्यार विच भरनी ओ नबी ओ नबी रुसिया सौरभ दी जिन पीर मनौन
ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਸਾਰੀ ਸੰਗਤ ਦਾ ਬਹੁਤ ਧੰਨਵਾਦ। ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਗੁਰਗੋਬਿੰਦ ਸਿੰਘ ਖਾਲਸਾ ਜੀ ਵੱਲੋਂ ਸਾਰੀ ਸੰਗਤ ਦੀ ਹਾਜ਼ਰੀ ਪ੍ਰਵਾਨ ਗੁਰੂ ਕਿਰਪਾ ਕਰੇ। ਮਹਾਂਪੁਰਖਾਂ ਨੂੰ ਵਿਦੇਸ਼ਾਂ ਵਿੱਚ ਬੈਠੇ ਨੂੰ ਪਹਿਲੇ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਭਾਈ ਸਾਹਿਬ ਸਿੰਘ ਜੀ ਦਾ ਧੰਨਵਾਦ। ਬੜਾ ਪਿਆਰਾ ਕੀਰਤਨ ਲੁਧਿਆਣੇ ਤੋਂ ਆਏ ਕੀਤਾ ਹੋਈਆਂ ਤਮਾਮ ਕੋਲਾਂ ਲਿਖੇਵਾ ਆਨੰਦ ਸਾਹਿਬ ਪੜ੍ਹ ਕੇ ਕੀਰਤਨ ਦੀ ਸਮਾਪਤੀ। ਅਰਦਾਸ ਕਰੋ ਸੱਚੇ ਪਾਤਸ਼ਾਹ ਸਦਾ ਚੜ੍ਹਦੀ ਕਲਾ ਵਿੱਚ ਮਹਾਰਾਜ ਰੱਖਣ। ਐਨੀ ਕੋ ਹਾਜ਼ਰੀ ਪ੍ਰਵਾਨ ਸਾਰੀ ਸੰਗਤ ਦਾ ਧੰਨਵਾਦ। ਜਿਨ੍ਹਾਂ ਰਾਹਾਂ ਤੋਂ ਤੁਸੀਂ ਆਏ ਉਹਨਾਂ ਰਾਹਾਂ ਦੀ ਧੂੜੀ ਮੱਥੇ ਨੂੰ ਲਾਈਏ, ਬਲਿਹਾਰ ਜਾਈਏ। ਅਰਦਾਸ ਧੰਨ ਗੁਰੂ ਗ੍ਰੰਥ ਸਾਹਿਬ ਵਾਲਾ ਚਰਨਾਂ ਵਿੱਚ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਡੀ ਤੋੜ ਲਗਾ ਦਿਓ ਜੀ, ਸਾਡੀ ਤੋੜ ਲਗਾ ਦਿਓ ਜੀ, ਚਾਹੀ ਲੱਗਿਆ ਦੀ ਅਸੀਂ ਮਹਾਂਪੁਰਖਾਂ ਦੇ ਬਚਨ ਕਮਾ ਲਈਏ, ਬਚਨਾਂ ਤੇ ਪਹਿਰਾ ਦੇ ਲਈਏ। ਇਹੀ ਅਰਦਾਸ ਕਰਨੀ ਹੈ ਵੀ ਸਾਡੀ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਨਾਲ ਮਿਲ ਜਾਵੇ, ਤੁਹਾਡੇ ਪਿਆਰੇ ਮਹਾਂਪੁਰਖਾਂ ਨਾਲ ਮਿਲ ਜਾਵੇ। ਇੰਨੀ ਨਿਮਰਤਾ, ਇੰਨਾ ਪਿਆਰ ਮਹਾਂਪੁਰਖਾਂ ਨਾਲ ਆਹ ਸੰਗਤ ਦਾ ਠਾਠਾ ਮਾਰਦਾ ਕੱਟ ਸਾਡੇ ਮੰਨਣ ਤੇ ਕਮੀ ਹੋ ਸਕਦੀ ਹੈ। ਗੁਰੂ ਦੀਆਂ ਬਖਸ਼ਿਸ਼ਾਂ ਵਿੱਚ ਰੱਬ ਦੇ ਪਿਆਰੇ ਦੀਆਂ ਬਖਸ਼ਿਸ਼ਾਂ ਵਿੱਚ ਕੋਈ ਕਮੀ ਨਹੀਂ। ਅਰਦਾਸ ਕੀ ਕਰਦੇ ਹਾਂ ਨਿਵਜੇ ਵਾਹਿਗੁਰੂ ਨਿਵਜੇ ਸਾਡੀ ਪੀਆ ਮੁਨੀ ਲਾਡੀ Thank you.
ਬੋਲੋ ਨਾਨਕ। ਸਾਰੀ ਸੰਗਤ ਦਾ ਧੰਨਵਾਦ, ਸਾਰਿਆਂ ਨੇ ਲੰਗਰ ਪਾਣੀ ਛਕ ਕੇ, ਜਿਨ੍ਹਾਂ ਨੇ ਮਹਾਂਪੁਰਖਾਂ ਨਾਲ ਕੋਈ ਵੀ ਬੈਠੀ ਕੋਈ ਵੀ ਗੱਲ ਕਰਨੀ ਹੈ, ਫੋਨ ਤੇ ਵੀਡੀਓ ਕਾਲ ਤੇ ਗੱਲ ਕਰ ਸਕਦੇ ਹੋ। ਥੋੜਾ ਥੋੜਾ ਸਮਾਂ ਸਾਰੇ ਹੀ ਫਤਿਹ ਬੁਲਾਇਓ ਜ਼ਰੂਰ, ਇੰਨੀ ਕੁ ਬੇਨਤੀ ਪ੍ਰਵਾਨ। ਸਾਰੀ ਸੰਗਤ ਜਿੰਨੇ ਵੀ ਆਏ ਹੋ ਸਭ ਦਾ ਧੰਨਵਾਦ। ਹਰ ਮਹੀਨੇ ਇੱਦਾਂ ਹੀ ਜੁੜਦੇ ਰਹੋ। ਪਿਆਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਮਹਾਂਪੁਰਖਾਂ ਦਾ ਪਿਆਰ ਆਪ ਜੀ ਨੂੰ ਮਿਲਦਾ ਰਹੇ। ਸਾਰੀ ਸੰਗਤ ਦਾ ਧੰਨਵਾਦ। ਰਾਮ ਕਲੀ ਮਹਲਾ ਤੀਜਾ, ਆਨੰਦ ਗੋਲਾ ਸਭ ਪ੍ਰਸ਼ਾਦ, ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ
ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨ ਜਾਣੇ ਮੇਰਾ ਵਾਹਿਗੁਰੂ। ਸਾਰੀ ਸੰਗਤ ਆਖੋ ਜੀ ਸਤਿਨਾਮ ਵਾਹਿਗੁਰੂ। ਅਰਦਾਸ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਰੇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਨ ਗੁਰ ਨਾਨਕ ਲਈ ਤੇ ਆਏ ਬਿਰੰਗਰ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਸ੍ਰੀ ਹਰਿਕ੍ਰਿਸ਼ਨ ਜੀ ਦੀ ਆਈ ਹੈ ਜਿਸ ਵਿਖੇ ਸਭ ਖੁਦਾਏ ਤੇਗ ਬਹਾਦਰ ਸਿਮਰਿਆ ਘਰ ਨਾ ਹੁੰਦੇ ਆਵੇ ਤਾਏ ਸਭ ਕਾਈ ਗੁਣਾ ਕੀ ਸਹਾਏ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਕਾਈ ਗੁਣਾ ਸਹਾਏ। ਆਤਮ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਧਿਆਨ ਕਰਕੇ ਬੋਲੋ ਜੀ। ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਡੀਆਂ ਜੱਗੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਦੁਹਾਈ ਦੇ ਕੇ ਲੜ ਕੀਤਾ ਤਿਨਾਂ ਦੀ ਕਮਾਈ ਦਾ ਧਿਆਨ ਰੱਖੇ ਬੋਲੋ ਜੀ। ਨਾ ਜਾਣੇ ਮੇਰਾ ਸੋ ਕੋਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ। ਤਿਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਬੜਾ ਪਿਆਰਾ ਹੁਕਮ ਪਰਮੇਸ਼ਰ ਗੁਰੂ ਸਾਹਿਬ ਕਿਰਪਾ ਕਰਨ। ਅਗਲੀ ਜਿਹੜੀ 10ਵੀਂ ਹੈ 7 ਅਗਸਤ ਦੀ ਜਿਹੜੀ 10ਵੀਂ ਹੈ 5 ਅਗਸਤ ਨੂੰ ਖੰਡਪੜ ਸਾਹਿਬ ਦੰਗ ਹੋ ਜਾਣੇ ਹੈ ਤੇ 7 ਅਗਸਤ ਨੂੰ ਸਾਰੀ ਸੰਗਤ ਨੇ ਦਰਸ਼ਨ ਪੈਦੇ ਬਖਸ਼ਣੇ ਹੈ। ਸੋ ਹੁਣ ਬੇਨਤੀ ਹੈ ਕਿ ਬੀਬੀ ਕੌਰ ਜੀ ਨੂੰ ਦਾਸ ਦੇ ਮਾਤਾ ਜੀ ਦੇ ਪਰਿਵਾਰ ਵਿੱਚ ਜਿਨ੍ਹਾਂ ਨੇ ਖੰਡਪੜ ਸਾਹਿਬ ਦੀ ਸੇਵਾ ਕਰਾਈ ਹੈ ਕਿ ਗੁਰੂ ਘਰ ਦਾ ਮਾਣ ਸਨਮਾਨ ਸਤਿਕਾਰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਰਹਿਣ
ਮੈਂ ਭਾਈ ਜਗਮੋਹਨ ਸਿੰਘ ਨੂੰ ਬੇਨਤੀ ਕਰਾਂ ਕਿ ਛਕਾਓ ਦਿੱਤਾ ਜਾਵੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚੋਂ। ਤੇ ਸਾਡੇ ਕੋਲ ਹਰ ਮਹੀਨੇ ਦੀ ਤਰ੍ਹਾਂ ਸਾਡੇ ਬਹੁਤ ਸਤਿਕਾਰਯੋਗ ਡਾਕਟਰ ਸਾਹਿਬ ਸਰਦਾਰ ਦਰਸ਼ਨ ਸਿੰਘ ਜੀ ਅਪਰਾ ਤੋਂ ਸਪੈਸ਼ਲ ਇੰਨੀ ਬਾਤ ਕੱਟ ਕੇ ਸੰਗਤ ਦੇ ਭਲੇ ਲਈ ਆਉਂਦੇ ਤੇ ਅਸਥਾਨ ਵੱਲੋਂ ਬੋਲੇ ਸੋ ਨਿਹਾਲ ਅਸਥਾਨ ਵੱਲੋਂ ਦਵਾਈਆਂ ਹਰ ਮਹੀਨੇ ਫ੍ਰੀ ਦਿੱਤੀਆਂ ਜਾਂਦੀਆਂ, ਜਿੰਨੇ ਦੀ ਕਿਸੇ ਦੀ ਮਰਜ਼ੀ ਦਵਾਈ ਹੋਵੇ। ਬਿਲਕੁਲ ਮਹਾਂਪੁਰਸ਼ਾਂ ਵੱਲੋਂ ਇਹ ਸੇਵਾ ਲੱਗੀ ਹੋਈ ਹੈ ਕਿ ਕੋਈ ਵੀ ਮਰੀਜ਼ ਆਵੇ 1 ਰੁਪਏ ਦੀ ਸੇਵਾ, 1 ਰੁਪਏ ਦੀ ਪਰਚੀ ਵੀ ਨਹੀਂ ਲੱਗਦੀ। ਇਹ ਸਥਾਨ ਵੱਲੋਂ ਬਹੁਤ ਵੱਡੀ ਤੇ ਨਿਵੇਕਲੀ ਸੇਵਾ ਕਈ ਸਾਲਾਂ ਤੋਂ ਨਿਭ ਰਹੀ ਹੈ। ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਦਰਸ਼ਨ ਸਿੰਘ ਜੀ ਦਾ, ਜੀ ਅਪਰਾ ਵਾਲਿਆਂ ਦਾ। ਤੇ ਜਿਹੜੀ ਦਵਾਈਆਂ ਦੀ ਸੇਵਾ ਇਸ ਵਾਰੀ ਡਾਕਟਰ ਦਰਸ਼ਨ ਸਿੰਘ ਜੀ ਅਪਰਾ ਵਾਲੇ ਆਪਣੇ ਕੋਲੋਂ ਕਰ ਰਹੇ ਹੈ। ਜਿਹਨੇ ਦੀ ਜਿਹੜੀ ਮਰਜ਼ੀ ਦਵਾਈ ਹੈ, ਡਾਕਟਰ ਸਾਹਿਬ ਦਾ ਬਹੁਤ ਵੱਡਾ ਇਹ ਕੌਮਦਾਨ ਹੈ, ਅਸੀਂ ਧੰਨਵਾਦੀ ਹਾਂ। ਸੋ ਹੁਣ ਇਹ ਵਰਤ ਰਹੀ ਹੈ ਗੁਰੂ ਘਰ ਲੰਗਰ ਸਾਰੀ ਸੰਗਤ ਲਈ ਤਿਆਰ ਹੈ। ਸਾਡੇ ਨੂੰ ਤੁਹਾਡੀ ਸੇਵਾ ਵਿੱਚ ਮਹਾਂਪੁਰਖਾਂ ਦੀ ਗੈਰ ਹਾਜ਼ਰੀ, ਮਹਾਂਪੁਰਖਾਂ ਦੀ ਕਮੀ ਅਸੀਂ ਤੁਹਾਡੇ ਕੋਲ ਪੂਰੀ ਨਹੀਂ ਕਰ ਸਕਦੇ, ਪਰ ਉਹਨਾਂ ਦੇ ਚਲਾਏ ਹੋਏ ਪੂਰਨਿਆਂ ਦੇ ਚੱਲ ਰਹੇ ਹਾਂ ਕਿ ਗੁਰੂ ਕਿਰਪਾ ਕਰੇ। ਮੈਂ ਆਪਣੇ ਵੱਲੋਂ ਸੇਵਾਦਾਰਾਂ ਵੱਲੋਂ ਮਾਫੀ ਚਾਹੁੰਦਾ ਜੇ ਤੁਹਾਡੀ ਸੇਵਾ ਵਿੱਚ ਭਾਈ ਕੋਈ ਕਮੀ ਰਹਿ ਗਈ ਹੋਵੇ, ਬੋਲਿਆ ਚੱਲਿਆ ਸਾਡਾ ਮਾਫ ਕਰਿਓ। ਕਿਸੇ ਨੂੰ ਪੂਜਾ ਨੀਵਾਂ ਸ਼ਬਦ ਸੇਵਾ ਦੇ ਦੌਰਾਨ 3 ਦਿਨ ਦੇ ਦੌਰਾਨ ਸਾਡੀਆਂ ਭੈਣਾਂ ਬੀਬੀਆਂ ਬੈਠੀਆਂ, ਬਹੁਤ ਸੇਵਾ 3 ਦਿਨ ਕੀਤੀ ਤੇ ਮੈਨੂੰ ਮਾਫ ਕਰ ਦਿਓ ਜੇ ਕੋਈ ਕਿਸੇ ਦੀ ਸੇਵਾ 'ਚ ਕਮੀ ਰਹਿ ਗਈ ਹੋਵੇ। ਮਹਾਂਪੁਰਖਾਂ ਦੇ ਮਤੋਂ ਆਪਾਂ ਰਲ ਮਿਲ ਕੇ ਸਭ ਨੇ ਸਮਾਗਮ ਕਰਨੇ ਹਨ। ਤੇ ਹੁਣ ਵੀਡੀਓ ਕਾਲ ਤੇ ਵੀ ਮਹਾਂਪੁਰਖ ਸੰਗਤ ਨਾਲ ਗੱਲ ਕਰਨਗੇ ਤੇ ਬੇਨਤੀ ਹੈ ਪਿਆਰ ਨਾਲ ਬੰਦੇ ਬੁਲਾ ਕੇ 2-2 ਮਿੰਟ ਸਾਰੇ ਬਚਨ ਕਰਕੇ ਮਹਾਂਪੁਰਖ ਉੱਧਰ ਦੇਖੋ, ਮਹਾਂਪੁਰਸ਼ਾਂ ਦਾ ਪਿਆਰ ਸੰਗਤ ਨਾਲ। ਉਧਰ ਅੱਧੀ ਰਾਤ ਦਾ ਵੇਲਾ ਹੈ, ਅੱਧੀ ਰਾਤ ਨੂੰ ਵੀ ਮਹਾਂਪੁਰਖ ਤੁਹਾਡੇ ਪਿਆਰ ਵਿੱਚ ਜਾਗ ਰਹੇ, ਬੰਦਗੀ ਵੀ ਕਰਨੀ ਹੁੰਦੀ ਹੈ, ਸਿਮਰਨ ਵੀ ਕਰਨਾ ਹੁੰਦਾ ਹੈ ਤੇ ਜਾਗ ਵੀ ਰਹੇ ਹੈ। ਕਿਉਂਕਿ ਮਹਾਂਪੁਰਖ ਕਹਿੰਦੇ ਵੀ ਇਹ ਸੰਗਤ ਸਾਰਾ ਹੀ ਮੇਰਾ ਪਰਿਵਾਰ ਹੈ, ਮੇਰੇ ਆਪਣੇ ਹੀ ਮਨ ਇੰਨਾ ਪਿਆਰ ਭਾਈ ਤੁਹਾਨੂੰ ਕਰਦੇ ਹੈ ਤੇ ਹੋ ਸਕਦਾ ਸਾਡੇ ਤੋਂ ਇੰਨਾ ਪਿਆਰ ਤੁਹਾਨੂੰ ਦਿੱਤਾ ਨਾ ਜਾਵੇ ਤੇ ਅਸੀਂ ਮਾਫੀ ਚਾਹੁੰਦੇ ਹਾਂ ਜੇ ਕਿਸੇ ਦੀ ਸੇਵਾ 'ਚ ਕੋਈ ਕਮੀ ਰਹੀ। ਤੁਹਾਡੇ ਚਰਨਾਂ ਦੀ ਧੂੜ ਹੈ ਭਾਈ, ਤੁਸੀਂ ਜਿੱਥੇ ਜੋੜਾ ਲਾਉਂਦੇ ਹੋ ਸਾਡੀ ਥਾਂ ਉੱਥੇ ਹੈ, ਤੁਹਾਡੇ ਚਰਨਾਂ ਦੀ ਧੂੜ ਬਣ ਕੇ ਅਸੀਂ ਸੇਵਾ ਕਰਦੇ ਰਹੀਏ। ਬਸ ਇਹੀ ਅਰਦਾਸ ਸਾਡੀ ਕਰਿਓ, ਗੁਰੂ ਕਿਰਪਾ ਕਰੇ। ਆਓ ਸਾਰੀ ਸੰਗਤ ਦੇਗਾ ਲੈਣ ਤੋਂ ਬਾਅਦ ਹੁਣ ਗੁਰੂ ਕੇ ਲੰਗਰ ਪਾਣੀ ਛਕੋ ਤੇ ਦਰਬਾਰ ਸਾਹਿਬ ਦੀ ਸੇਵਾ ਜਿਹੜੇ ਬੀਬੀ ਜੀ ਭੈਣਾਂ ਸਾਡੀਆਂ ਪਹਿਲਾਂ ਕਰਦੀਆਂ ਸਾਫ ਸਫਾਈ ਦੀ ਨਾਲ ਹੀ ਸੇਵਾ ਕਰਕੇ ਗੁਰੂ ਕੇ ਲੰਗਰ ਉੱਤੇ ਵਰਤ ਜਾਣ। ਸਿੰਘਾਂ ਨੂੰ ਬੇਨਤੀ ਹੈ ਵੀ ਮਾੜੇ ਜਿਹੇ ਕਾਇਮ ਹੋਵੋ, ਨੌਜਵਾਨ ਵੀ ਉੱਠੋ ਤੇ ਲੰਗਰ ਵਰਤਾਓ। ਪਹਿਲਾਂ ਲੰਗਰ ਛਕਾ ਕੇ ਫਿਰ ਛਕਣਾ 5-7 ਦਿਨ ਟਾਈਮ ਹੋ ਜਾ ਕਰੋ ਭਾਈ ਆਪੇ ਤੇ ਗੁਰੂ ਦੀ ਸੰਗਤ ਬੈਠਦੇ ਆ ਸਾਥ ਸੇਵਾ ਕਰੀਏ।